ਮੈਂ ਬਾਰ-ਬਾਰ ਉਸ ਦੀ ਵੀਡੀਓ ਵੇਖ ਰਿਹਾ ਸੀ ਜੋ ਮੈਂ ਚੋਰੀ-ਚੋਰੀ ਇੱਕ ਦਿਨ ਰਾਤ ਨੂੰ ਬਣਾਈ ਸੀ। ਪਰ ਜਦੋਂ ਮੈਂ ਵੀਡੀਓ ਵੇਖਦਾ ਮੇਰਾ ਦਿਲ ਬੇਕਾਬੂ ਹੋ ਜਾਂਦਾ। ਆਖਰ ਕੀ ਕਰਦਾ ਕੁਝ ਸਮਝ ਨਹੀਂ ਆ ਰਿਹਾ ਸੀ। ਕਿੱਦਾਂ ਉਸ ਨੂੰ ਆਪਣੇ ਕਾਬੂ ਵਿੱਚ ਕਰਦਾ ਤੇ ਕਿੱਦਾਂ ਆਪਣੀ ਇੱਛਾ ਨੂੰ ਮੈਂ ਪੂਰਾ ਕਰਦਾ। ਬਸ ਇਹੀ ਸਭ ਸੋਚ ਕੇ ਮੈਂ ਸਕੀਮਾਂ ਘੜਦਾ ਰਹਿੰਦਾ ਸੀ। ਫਿਰ ਇੱਕ ਦਿਨ ਮੇਰੀ ਭਾਬੀ 3 ਦਿਨਾਂ ਲਈ ਸਕੂਲ ਦੇ ਟ੍ਰਿਪ ਤੇ ਚਲੀ ਗਈ ਤੇ ਮੈਨੂੰ ਮੌਕਾ ਮਿਲ ਗਿਆ ਸੀ। ਮੈਂ ਰਾਤ ਨੂੰ ਉਸ ਦੀ ਭੈਣ ਨੂੰ ਆਪਣੇ ਕਮਰੇ ਵਿੱਚ ਬੁਲਾਇਆ। ਸਭ ਤੋਂ ਪਹਿਲਾਂ ਮੈਂ ਉਸ ਦੇ ਚੁੱਪ ਰਹਿਣ ਦਾ ਕਾਰਨ ਪੁੱਛਿਆ। ਜਦੋਂ ਉਸਨੇ ਦੱਸਿਆ ਤਾਂ ਮੈਂ ਹਿੰਮਤ ਕੀਤੀ ਤੇ ਉਸ ਨੂੰ ਕਿਹਾ ਕਿ ਰੋਸ਼ਨੀ, ਜੇ ਤੂੰ ਬੁਰਾ ਨਾ ਮੰਨੇ ਤਾਂ ਇੱਕ ਗੱਲ ਕਵਾਂ। ਤਾਂ ਉਸਨੇ ਕਿਹਾ, ਦੱਸੋ। ਮੈਂ ਉਸ ਨੂੰ ਕਿਹਾ, ਜੇ ਤੂੰ ਚਾਹੇ ਮੈਂ ਤੇਰੀ ਇਸ ਕਮੀ ਨੂੰ ਪੂਰਾ ਕਰ ਸਕਦਾ। ਮੇਰੇ ਕਹਿੰਦੇ ਹੀ ਉਹ ਘਬਰਾ ਗਈ ਤੇ ਹੈਰਾਨੀ ਨਾਲ ਮੇਰੇ ਵੱਲ ਵੇਖਣ ਲੱਗੀ, ਪਰ ਫਿਰ ਚੁੱਪ ਬੈਠੀ ਰਹੀ। ਪਰ ਉੱਠ ਕੇ ਕਮਰੇ 'ਚੋਂ ਬਾਹਰ ਨਹੀਂ ਗਈ ਸੀ, ਜਿਸ ਕਰਕੇ ਮੇਰੀ ਹਿੰਮਤ ਥੋੜ੍ਹੀ ਵੱਧ ਗਈ। ਫਿਰ ਮੈਂ ਉਸ ਨੂੰ ਗੱਲਾਂ ਵਿੱਚ ਲਾ ਲਿਆ ਤੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗਾ। ਉਹ ਅੱਖਾਂ ਨੀਵੀਆਂ ਕਰਕੇ ਮੇਰੀਆਂ ਗੱਲਾਂ ਸੁਣ ਰਹੀ ਸੀ। ਮੈਂ ਉਸ ਨੂੰ ਫਿਰ ਉਹੀ ਸਵਾਲ ਕੀਤਾ, ਪਰ ਇਸ ਵਾਰੀ ਉਸਨੇ ਕੋਈ ਜਵਾਬ ਨਹੀਂ ਦਿੱਤਾ। ਤਾਂ ਮੈਂ ਉਸ ਨੂੰ ਕਿਹਾ, ਰੋਸ਼ਨੀ, ਤੂੰ ਆਪਣੇ ਕਮਰੇ ਵਿੱਚ ਜਾ ਤੇ ਇਸ ਗੱਲ ਬਾਰੇ ਤਸੱਲੀ ਨਾਲ ਬੈਠ ਕੇ ਸੋਚ। ਜੇ ਤੈਨੂੰ ਆਪਣੇ ਆਪ ਤੋਂ ਹਾਂ ਦਾ ਜਵਾਬ ਮਿਲ ਜਾਏ ਤਾਂ ਤੂੰ ਆ ਜਾਈਂ, ਜੇ ਨਾ ਤਾਂ ਫਿਰ ਸੋਚ ਲਈ ਕਿ ਮੈਂ ਤੈਨੂੰ ਕੁਝ ਵੀ ਨਹੀਂ ਕਿਹਾ। ਮੇਰੀ ਇਹ ਗੱਲ ਸੁਣ ਕੇ ਉੱਠ ਕੇ ਚਲੀ ਗਈ ਸੀ, ਪਰ ਮੇਰੇ ਅੰਦਰ ਇੱਕ ਡਰ ਸੀ। ਕਈ ਸਵਾਲ ਉੱਠ ਰਹੇ ਸੀ ਕਿ ਜੇ ਉਹ ਨਾ ਆਈ ਜਾਂ ਫਿਰ ਉਸਨੇ ਸਾਰੀ ਗੱਲ ਭਾਬੀ ਨੂੰ ਦੱਸ ਦਿੱਤੀ ਤਾਂ ਕੀ ਹੋਊਗਾ। ਹੁਣ ਮੈਂ ਇਹੀ ਸਭ ਸੋਚ ਰਿਹਾ ਸੀ ਤੇ 1 ਘੰਟਾ ਹੋ ਗਿਆ ਕਿ ਅਚਾਨਕ ਦਰਵਾਜ਼ਾ ਖੜਕ ਗਿਆ। ਮੇਰੀ ਖੁਸ਼ੀ ਦਾ ਠਿਕਾਣਾ ਨਹੀਂ ਸੀ। ਮੈਂ ਛੇਤੀ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਰੋਸ਼ਨੀ ਬਾਹਰ ਖੜੀ ਸੀ। ਉਸਨੇ ਕੰਬਦੇ ਹੋਏ ਮੈਨੂੰ ਆਪਣੇ ਗਲ ਨਾਲ ਲਾ ਲਿਆ ਤੇ ਕਹਿਣ ਲੱਗੀ, ਮੈਂ ਤੁਹਾਡੇ ਬਾਰੇ ਬਹੁਤ ਸੋਚਿਆ। ਤੁਸੀਂ ਠੀਕ ਕਹਿ ਰਹੇ ਹੋ। ਇਹ ਸੁਣ ਕੇ ਤਾਂ ਮੈਂ ਪਾਗਲ ਹੀ ਹੋ ਗਿਆ ਸੀ। ਮੈਂ ਉਸ ਦਾ ਹੱਥ ਫੜ ਕੇ ਉਸ ਨੂੰ ਕਮਰੇ ਵਿੱਚ ਲੈ ਕੇ ਆਇਆ ਤੇ ਬੈੱਡ 'ਤੇ ਬਿਠਾਇਆ। ਕਿਹਾ, ਰਜਨੀ, ਤੂੰ ਇੰਨਾ ਕਿਉਂ ਡਰ ਰਹੀ ਹੈ? ਮੇਰੀ ਗੱਲ ਸੁਣ ਕੇ ਉਸਨੇ ਆਪਣੀਆਂ ਅੱਖਾਂ ਉੱਪਰ ਚੁੱਕੀਆਂ ਤੇ ਮੇਰੇ ਵੱਲ ਵੇਖਿਆ। ਕਿ ਤੁਹਾਡੇ ਕਹਿਣ ਤੋਂ ਮੈਂ ਆ ਤਾਂ ਗਈ, ਪਰ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਕਿ ਮੇਰੀ ਭੈਣ ਨੂੰ ਪਤਾ ਲੱਗ ਗਿਆ ਤਾਂ ਕੀ ਹੋਊਗਾ। ਮੈਂ ਉਸ ਨੂੰ ਹੌਸਲਾ ਦਿੰਦੇ ਹੋਏ ਕਿਹਾ, ਭਾਬੀ ਨੂੰ ਕਿੱਦਾਂ ਪਤਾ ਲੱਗੂ? ਇਸ ਸਮੇਂ ਆਪਾਂ ਦੋਨੋਂ ਘਰ ਵਿੱਚ ਇਕੱਲੇ ਆ। ਮੈਂ ਪੂਰੀ ਸਾਵਧਾਨੀ ਨਾਲ ਕਰੂੰਗਾ। ਤੂੰ ਜ਼ਿਆਦਾ ਚਿੰਤਾ ਨਾ ਕਰ ਤੇ ਨਾ ਹੀ ਭਾਬੀ ਨੂੰ ਇਸ ਗੱਲ ਦਾ ਪਤਾ ਲੱਗੂਗਾ। ਮੇਰੀ ਗੱਲ ਤੇ ਉਹ ਬੇਫਿਕਰ ਹੋ ਗਈ ਸੀ। ਮੈਂ ਅੱਗੇ ਵਧਿਆ ਤੇ ਇੱਕ-ਇੱਕ ਕਰਕੇ ਉਸ ਦੇ ਸਾਰੇ ਕੱਪੜੇ। ਦੋਸਤੋ, ਤੁਹਾਡਾ ਇਸ ਕਹਾਣੀ ਵਿੱਚ ਬਹੁਤ-ਬਹੁਤ ਸਵਾਗਤ ਹੈ। ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਬਹੁਤ ਚੰਗੀ ਲੱਗੂਗੀ। ਮੇਰੇ ਭਰਾ ਦਾ ਵਿਆਹ ਇੱਕ ਬਹੁਤ ਹੀ ਸੋਹਣੀ ਕੁੜੀ ਨਾਲ ਹੋਇਆ ਸੀ। ਮੇਰੀ ਭਾਬੀ ਬਹੁਤ ਹੀ ਜ਼ਿਆਦਾ ਸੋਹਣੀ ਸੀ, ਪਰ ਭਾਬੀ ਦੀ ਭੈਣ ਉਸ ਤੋਂ ਵੀ ਜ਼ਿਆਦਾ ਸੋਹਣੀ ਸੀ, ਜਿੱਦਾਂ ਕੋਈ ਪਰੀ ਹੋਵੇ। ਬੜੀ ਕੋਮਲ ਜਿਹੀ ਸੀ। ਭਰਾ ਦੇ ਵਿਆਹ ਨੂੰ 2 ਸਾਲ ਹੋ ਗਏ ਸੀ। ਆਉਣ ਜਾਣ ਕਰਕੇ ਭਾਬੀ ਦੀ ਭੈਣ ਨਾਲ ਮੇਰਾ ਵਧੀਆ ਰਿਸ਼ਤਾ ਸੀ। ਮੇਰੀ ਭਾਬੀ ਦੀ ਭੈਣ ਬਹੁਤ ਹੀ ਜ਼ਿਆਦਾ ਗੋਰੇ ਰੰਗ ਦੀ ਸੀ। ਉਸ ਸਮੇਂ ਉਸ ਦੀ ਉਮਰ 20 ਸਾਲਾਂ ਦੀ ਸੀ, ਜਦੋਂ ਕਿ ਮੇਰੀ ਭਾਬੀ 23 ਸਾਲ ਦੀ ਸੀ। ਮੈਂ ਇੱਕ ਕੰਪਨੀ ਵਿੱਚ ਨੌਕਰੀ ਕਰਦਾ ਸੀ। ਉਹਨਾਂ ਦਿਨਾਂ ਮੇਰੀ ਬਦਲੀ ਹੋ ਗਈ ਸੀ ਤੇ ਮੈਂ ਦੂਜੇ ਸ਼ਹਿਰ ਚਲਾ ਗਿਆ ਸੀ। ਫਿਰ ਮੇਰੇ ਭਰਾ ਦੀ ਬਦਲੀ ਵੀ ਹੋ ਗਈ ਸੀ ਤੇ ਉਹ ਵੀ ਉਸੇ ਸ਼ਹਿਰ ਵਿੱਚ ਆ ਗਿਆ ਸੀ। ਇੱਕ ਵਾਰੀ ਮੈਂ ਆਪਣੇ ਭਰਾ ਕੋਲ ਕੁਝ ਦਿਨਾਂ ਲਈ ਰਹਿਣ ਗਿਆ, ਕਿਉਂਕਿ ਮੇਰੇ ਭਰਾ ਨੇ ਭਾਬੀ ਦੇ ਨਾਲ ਕਿਤੇ ਜਾਣਾ ਸੀ। ਭਾਬੀ ਨੇ ਆਪਣੇ ਇਕੱਲੇਪਨ ਤੋਂ ਆਪਣੀ ਭੈਣ ਨੂੰ ਕੋਲ ਹੀ ਰੱਖਿਆ ਹੋਇਆ ਸੀ, ਕਿਉਂਕਿ ਭਾਬੀ ਇੱਕ ਪ੍ਰਾਈਵੇਟ ਨੌਕਰੀ ਕਰਦੀ ਸੀ। ਮੇਰੇ ਭਰਾ ਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਸੀ, ਕਿਉਂਕਿ ਉਹਨਾਂ ਦੇ ਜਾਣ ਤੋਂ ਬਾਅਦ ਭਾਬੀ ਸਾਰਾ ਦਿਨ ਇਕੱਲੀ ਰਹਿੰਦੀ ਸੀ। ਭਾਬੀ ਦਾ ਨਾਂ ਪ੍ਰੀਤ ਸੀ ਤੇ ਉਸ ਦੀ ਭੈਣ ਦਾ ਨਾਂ ਰੋਸ਼ਨੀ ਸੀ। ਇੱਕ ਦਿਨ ਜਦੋਂ ਮੈਂ ਕੰਮ ਤੋਂ ਫ੍ਰੀ ਹੋ ਕੇ ਆਇਆ, ਉਸ ਦਿਨ ਭਾਬੀ ਨੇ ਮੈਨੂੰ ਦੱਸਿਆ ਕਿ ਅੱਜ ਉਹ ਆਪਣੀ ਭੈਣ ਨੂੰ ਬੁਲਾ ਰਹੀ ਹੈ। ਘਰ ਵਿੱਚ ਕੁਝ ਦਿੱਕਤ ਹੈ, ਇਸ ਲਈ ਰੋਸ਼ਨੀ ਇੱਥੇ ਆ ਰਹੀ ਹੈ। ਮੈਂ ਬੜਾ ਖੁਸ਼ ਹੋ ਗਿਆ ਸੀ, ਕਿਉਂਕਿ ਮੈਂ ਰੋਸ਼ਨੀ ਨਾਲ ਵਧੀਆ ਬਣਦੀ ਸੀ। ਮੈਂ ਤਾਂ ਆਪ ਉਸ ਨੂੰ ਮਿਲਣਾ ਚਾਹੁੰਦਾ ਸੀ। ਉਸ ਨੂੰ ਆਪਣੇ ਨੇੜੇ ਵੇਖ ਕੇ ਮੈਨੂੰ ਬੜਾ ਸਕੂਨ ਮਿਲਦਾ ਸੀ। ਫਿਰ ਕੁਝ ਦਿਨਾਂ ਬਾਅਦ ਰੋਸ਼ਨੀ ਸਾਡੇ ਘਰ ਆ ਗਈ ਸੀ। ਉਸ ਦੇ ਚਿਹਰੇ 'ਤੇ ਉਦਾਸੀ ਸੀ ਤੇ ਮੈਨੂੰ ਕੁਝ ਪਤਾ ਹੀ ਨਾ ਲੱਗਾ, ਪਰ ਮੈਂ ਸਮਝ ਗਿਆ ਸੀ ਕਿ ਕੁਝ ਨਾ ਕੁਝ ਗੜਬੜ ਜ਼ਰੂਰ ਹੈ। ਖੈਰ, ਉਹ ਆ ਗਈ ਸੀ। ਉਸ ਨੇ ਕੁਝ ਦਿਨ ਇੱਥੇ ਹੀ ਰਹਿਣਾ ਸੀ, ਪਰ ਉਹ ਮੇਰੇ ਨਾਲ ਘੱਟ ਹੀ ਬੋਲਦੀ ਸੀ। ਰੋਸ਼ਨੀ ਨੂੰ 1 ਹਫ਼ਤਾ ਹੋ ਗਿਆ ਸੀ। ਮੇਰੀ ਭਾਬੀ ਤੇ ਮੈਂ ਉਸ ਨੂੰ ਰੋਜ਼ ਬਾਹਰ ਲੈ ਕੇ ਜਾਂਦੇ ਕਿ ਉਸ ਦਾ ਮਨ ਬਦਲ ਜਾਵੇ ਤੇ ਰਾਤ ਨੂੰ ਲੇਟ ਹੀ ਆਉਂਦੇ। ਇੱਕ ਦਿਨ ਮੈਂ ਆਪਣੀ ਭਾਬੀ ਨੂੰ ਉਸ ਦਾ ਕਾਰਨ ਪੁੱਛਿਆ ਕਿ ਰੋਸ਼ਨੀ ਇੰਨੀ ਉਦਾਸ ਕਿਉਂ ਹੈ, ਤਾਂ ਉਹਨਾਂ ਨੇ ਦੱਸਿਆ ਕਿ ਮੇਰਾ ਪਿਓ ਉਸ ਦਾ ਵਿਆਹ ਉਸ ਦੀ ਮਰਜ਼ੀ ਦੇ ਖਿਲਾਫ ਕਰ ਰਿਹਾ ਹੈ, ਪਰ ਉਹ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਹੈ, ਜਦੋਂ ਕਿ ਮੇਰਾ ਪਿਓ ਆਪਣੇ ਦੋਸਤ ਦੇ ਮੁੰਡੇ ਨਾਲ ਉਸ ਦਾ ਵਿਆਹ ਕਰਨਾ ਚਾਹੁੰਦਾ। ਮੈਂ ਸੁਣ ਕੇ ਸੋਚ ਵਿੱਚ ਪੈ ਗਿਆ ਸੀ ਕਿ ਹੁਣ ਕੀ ਕੀਤਾ ਜਾਵੇ। ਰੋਸ਼ਨੀ ਕਿਸੇ ਨਾ ਕਿਸੇ ਵਿੱਚ ਦਿਲਚਸਪੀ
ਦਿਲਚਸਪੀ ਰੱਖਦੀ ਸੀ ਤੇ ਉਹ ਕਿਸੇ ਨੂੰ ਆਪਣੇ ਨੇੜੇ ਨਹੀਂ ਆਉਣ ਦਿੰਦੀ ਸੀ। ਹਰ ਦਿਨ ਇੱਦਾਂ ਹੀ ਬੀਤ ਰਿਹਾ ਸੀ ਤੇ ਮੈਂ ਬਸ ਦੂਰ ਤੋਂ ਦੇਖ ਕੇ ਆਪਣੀਆਂ ਅੱਖਾਂ ਨੂੰ ਠੰਡਾ ਕਰ ਲੈਂਦਾ ਸੀ, ਕਿਉਂਕਿ ਉਸ ਨੂੰ ਇਸ ਗੱਲ ਦਾ ਪਤਾ ਸੀ। ਉਹ ਸਿਰਫ ਉਸ ਮੁੰਡੇ ਵਿੱਚ ਹੀ ਧਿਆਨ ਰੱਖਦੀ ਸੀ। ਜੇ ਮੈਂ ਕੋਈ ਹਰਕਤ ਕਰਦਾ ਤਾਂ ਉਹ ਨਾਰਾਜ਼ ਹੋ ਜਾਂਦੀ ਤੇ ਘਰ ਵਿੱਚ ਸਭ ਨੂੰ ਦੱਸ ਦਿੰਦੀ। ਇਹੀ ਕਾਰਨ ਸੀ ਕਿ ਉਸ ਦੇ ਇੰਨੇ ਨੇੜੇ ਹੋਣ ਕਰਕੇ ਵੀ ਮੈਂ ਕੁਝ ਨਾ ਕਰ ਸਕਿਆ। ਪਰ ਇੱਕ ਰਾਤ ਮੇਰੇ ਸਾਰੇ ਅੰਦਾਜ਼ੇ ਗਲਤ ਸਾਬਤ ਹੋ ਗਏ। ਉਸ ਰਾਤ ਮੈਂ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ। ਅਚਾਨਕ ਮੈਂ ਰਸੋਈ ਵਿੱਚ ਪਾਣੀ ਪੀਣ ਗਿਆ। ਮੈਂ ਉੱਠਿਆ ਤੇ ਕਮਰੇ ਤੋਂ ਬਾਹਰ ਨਿਕਲ ਕੇ ਪਾਣੀ ਪੀਣ ਵੱਲ ਜਿੱਦਾਂ ਹੀ ਰਸੋਈ ਵੱਲ ਗਿਆ, ਜਿੱਦਾਂ ਹੀ ਮੈਂ ਰਸੋਈ ਦੇ ਵਿੱਚ ਗਿਆ ਤਾਂ ਮੇਰੇ ਕੰਨਾਂ ਦੇ ਵਿੱਚ ਰੌਸ਼ਨੀ ਦੀਆਂ ਗੱਲਾਂ ਦੀਆਂ ਆਵਾਜ਼ਾਂ ਆ ਰਹੀਆਂ ਸੀ। ਮੈਂ ਬਹੁਤ ਹੈਰਾਨ ਹੋ ਗਿਆ ਸੀ ਕਿ ਰਸੋਈ ਵਿੱਚ ਇਸ ਸਮੇਂ ਕਿਸ ਨਾਲ ਗੱਲ ਕਰ ਰਹੀ ਹੈ। ਮੈਂ ਦਰਵਾਜ਼ੇ ਨਾਲ ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਿੱਦਾਂ ਹੀ ਦਰਵਾਜ਼ੇ 'ਤੇ ਕੰਨ ਲਾਇਆ ਤਾਂ ਦਰਵਾਜ਼ਾ ਥੋੜ੍ਹਾ ਖੁੱਲ੍ਹ ਗਿਆ। ਫਿਰ ਜਦ ਮੈਂ ਅੰਦਰ ਵੇਖਿਆ ਤਾਂ ਮੇਰੇ ਹੋਸ਼ ਹੀ ਉੱਡ ਗਏ, ਕਿਉਂਕਿ ਉਸ ਨੇ ਇੱਕ ਹੱਥ ਵਿੱਚ ਆਪਣਾ ਫ਼ੋਨ ਫੜਿਆ ਸੀ ਤੇ ਦੂਜੇ ਹੱਥ ਨਾਲ ਆਪਣੇ ਆਪ ਨੂੰ ਸਕੂਨ ਦੇਣ ਲੱਗੀ ਹੋਈ ਸੀ। ਇਸ ਸਮੇਂ ਉਹ ਇੰਨੀ ਬੇਖਬਰ ਸੀ ਕਿ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਨੂੰ ਕੋਈ ਵੇਖ ਰਿਹਾ ਹੈ। ਸ਼ਾਇਦ ਉਹ ਆਪਣੇ ਦੋਸਤ ਨਾਲ ਗੱਲਾਂ ਕਰ ਰਹੀ ਸੀ। ਹੋ ਸਕਦਾ ਸੀ ਕਿ ਉਹਨਾਂ ਦੀ ਗੱਲਬਾਤ ਇਸ ਹੱਦ ਤੱਕ ਪਹੁੰਚ ਗਈ ਕਿ ਉਹ ਆਪਣੇ ਆਪ ਨੂੰ ਰੋਕ ਹੀ ਨਾ ਸਕੀ। ਇਹ ਸਭ ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ, ਪਰ ਮੈਂ ਖੁਸ਼ ਵੀ ਹੋ ਰਿਹਾ ਸੀ, ਕਿਉਂਕਿ ਇਹ ਸਭ ਕੁਝ ਦੇਖਣ ਤੋਂ ਬਾਅਦ ਮੈਂ ਉਸ ਨੂੰ ਆਸਾਨੀ ਨਾਲ ਹਾਸਲ ਕਰ ਸਕਦਾ ਸੀ। ਫਿਰ ਅਚਾਨਕ ਤੋਂ ਮੈਨੂੰ ਇੱਕ ਗੱਲ ਦਾ ਖਿਆਲ ਆਇਆ। ਮੈਂ ਹਲਕੇ ਪੈਰਾਂ ਨਾਲ ਕਮਰੇ ਵੱਲ ਵਧਿਆ ਜਿੱਥੇ ਉਹ ਆਪਣੇ ਆਪ ਨਾਲ ਲੱਗੀ ਹੋਈ ਸੀ। ਮੈਂ ਛੇਤੀ ਨਾਲ ਆਪਣਾ ਮੋਬਾਈਲ ਔਨ ਕੀਤਾ ਤੇ ਵੀਡੀਓ ਬਣਾਉਣ ਲੱਗਾ। ਹੁਣ ਮੇਰੇ ਹੱਥ ਵਿੱਚ ਉਸ ਦੀ ਕਮਜ਼ੋਰੀ ਆ ਗਈ ਸੀ। ਕੁਝ ਚਿਰ ਬਾਅਦ ਮੈਂ ਬਿਨਾਂ ਪਾਣੀ ਪੀਤੇ ਆਪਣੇ ਕਮਰੇ ਵਿੱਚ ਆ ਗਿਆ ਸੀ, ਪਰ ਹੁਣ ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੈਂ ਪੂਰੀ ਰਾਤ ਸੋਚਦਾ ਰਿਹਾ ਤੇ ਘੁੰਮ ਰਿਹਾ ਸੀ ਤੇ ਸਕੀਮਾਂ ਘੜਦਾ ਰਿਹਾ ਕਿ ਉਹ ਕਿਸ ਤਰ੍ਹਾਂ ਗੱਲ ਅੱਗੇ ਵਧੇ, ਜਿਸ ਨਾਲ ਉਹ ਮੇਰੀ ਗੱਲ ਮੰਨ ਲਵੇ। ਖੈਰ, ਇਹ ਸੋਚ ਵਿਚਾਰ ਵਿੱਚ ਸਵੇਰ ਹੋ ਗਈ ਸੀ। ਮੇਰੇ ਦਫ਼ਤਰ ਜਾਣ ਦਾ ਸਮਾਂ ਹੋ ਗਿਆ ਸੀ ਤੇ ਮੈਂ ਤਿਆਰ ਹੋ ਕੇ ਕਮਰੇ ਤੋਂ ਬਾਹਰ ਆਇਆ। ਮੈਂ ਆਪਣੀ ਭਾਬੀ ਨੂੰ ਪੁੱਛਿਆ ਕਿ ਰੋਸ਼ਨੀ ਹਾਲੇ ਤੱਕ ਸੁੱਤੀ ਪਈ ਹੈ, ਕਿ ਉਸਨੇ ਨਾਸ਼ਤਾ ਨਹੀਂ ਕਰਨਾ। ਭਾਬੀ ਕਹਿਣ ਲੱਗੀ, ਪਤਾ ਨਹੀਂ, ਹਾਲੇ ਤੱਕ ਤਾਂ ਸੁੱਤੀ ਪਈ ਹੈ। ਹੋ ਸਕਦਾ ਉਸਦੀ ਸਿਹਤ ਠੀਕ ਨਾ ਹੋਵੇ। ਮੈਂ ਬਾਅਦ ਵਿੱਚ ਦੇਖ ਲਵਾਂਗੀ। ਤੂੰ ਆਪਣਾ ਨਾਸ਼ਤਾ ਕਰ ਤੇ ਦਫ਼ਤਰ ਜਾ, ਮੈਨੂੰ ਵੀ ਦੇਰੀ ਹੋ ਰਹੀ ਹੈ। ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਨਾਸ਼ਤਾ ਕੀਤਾ ਤੇ ਆਪਣੇ ਕੰਮ 'ਤੇ ਚਲਾ ਗਿਆ। ਪਰ ਦਫ਼ਤਰ ਵਿੱਚ ਮੇਰਾ ਦਿਲ ਨਹੀਂ ਲੱਗ ਰਿਹਾ ਸੀ। ਇਸੇ ਤਰ੍ਹਾਂ 2 ਦਿਨ ਬੀਤ ਗਏ ਸੀ। ਮੈਂ ਆਪਣੀਆਂ ਸਕੀਮਾਂ ਘੜਦਾ ਰਿਹਾ। ਜਦੋਂ ਮੈਂ ਸ਼ਾਮ ਨੂੰ ਘਰ ਆਇਆ ਤਾਂ ਭਾਬੀ ਮੇਰੇ ਲਈ ਖੁਸ਼ਖਬਰੀ ਲੈ ਕੇ ਬੈਠੀ ਸੀ। ਉਸ ਨੇ ਕਿਹਾ ਕਿ ਸੈਮੀਨਾਰ ਹੋ ਰਿਹਾ ਹੈ ਤੇ 2 ਦਿਨਾਂ ਲਈ ਮੈਨੂੰ ਜਾਣਾ ਪੈਣਾ। ਮੈਂ ਉਹਨਾਂ ਦੀ ਗੱਲ 'ਤੇ ਖੁਸ਼ ਹੋ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ, ਮੈਂ 2 ਦਿਨ ਛੁੱਟੀ ਲੈ ਲੈਂਦਾ ਹਾਂ। ਉਸ ਨੇ ਕਿਹਾ, ਹਾਂ, ਰੌਸ਼ਨੀ ਘਰੇ ਇਕੱਲੀ ਹੈ, ਇਸ ਲਈ ਤੈਨੂੰ 2 ਦਿਨ ਰਹਿਣਾ ਪੈਣਾ। ਮੈਂ 2 ਦਿਨਾਂ ਵਿੱਚ ਵਾਪਸ ਆ ਜਾਵਾਂਗੀ। ਮੈਂ ਹੈਰਾਨੀ ਨਾਲ ਭਾਬੀ ਵੱਲ ਵੇਖ ਰਿਹਾ ਸੀ ਤੇ ਉਹ ਮੇਰੇ ਵੱਲ ਵੇਖਦੀ ਰਹੀ। ਇੰਨੇ ਵਿੱਚ ਰੌਸ਼ਨੀ ਆ ਗਈ ਸੀ। ਭਾਬੀ ਨੇ ਰੌਸ਼ਨੀ ਨੂੰ ਕਿਹਾ ਕਿ ਤੂੰ ਰਵੀ ਦਾ ਧਿਆਨ ਰੱਖੀ। ਇਸ ਹਫ਼ਤੇ ਤੇਰੇ ਜੀਜਾ ਜੀ ਨੇ ਨਹੀਂ ਆਉਣਾ, ਕਿਉਂਕਿ ਉਹਨਾਂ ਨੂੰ ਵੀ ਕੰਮ ਹੈ। ਇਸ ਨਾਲ ਗੱਲਾਂ ਕਰੀ ਤੇ ਆਪਣੀ ਉਦਾਸੀ ਨੂੰ ਦੂਰ ਕਰੀ। ਭਾਬੀ ਨੇ ਰੌਸ਼ਨੀ ਵੱਲ ਵੇਖਿਆ ਤਾਂ ਉਸਨੇ ਸਿਰ ਹਿਲਾ ਦਿੱਤਾ ਸੀ। ਮੈਂ ਵੀ ਅੰਦਰੋਂ ਬਹੁਤ ਖੁਸ਼ ਸੀ ਤੇ ਭਾਬੀ ਨੂੰ ਜਾਣ ਦਿੱਤਾ। ਅਸੀਂ ਰੋਟੀ ਖਾਧੀ ਤੇ ਸੌਣ ਦੀ ਤਿਆਰੀ ਕਰਨ ਲੱਗੇ ਤੇ ਆਪਣੇ ਆਪਣੇ ਕਮਰੇ ਵਿੱਚ ਚਲੇ ਗਏ। ਸਵੇਰੇ ਮੈਂ ਉੱਠਿਆ ਤਾਂ ਭਾਬੀ ਜਾਣ ਲਈ ਤਿਆਰ ਹੋ ਰਹੀ ਸੀ, ਕਿਉਂਕਿ ਉਸ ਨੇ ਜਾਣਾ ਸੀ ਤੇ 2 ਦਿਨ ਬਾਅਦ ਹੀ ਆਉਣਾ ਸੀ। ਘਰ ਵਿੱਚ ਮੈਂ ਤੇ ਰੌਸ਼ਨੀ ਸੀ। ਮੈਂ ਨਾ ਚਾਹੁੰਦੇ ਹੋਏ ਵੀ ਆਪਣੇ ਦਫ਼ਤਰ ਚਲਾ ਗਿਆ ਸੀ, ਪਰ ਮੈਂ ਸੋਚ ਲਿਆ ਸੀ ਕਿ ਅੱਜ ਤਾਂ ਕੁਝ ਨਾ ਕੁਝ ਕਰਨਾ ਹੀ ਹੈ ਕਿ ਮੈਂ ਕਿਸ ਤਰ੍ਹਾਂ ਰੌਸ਼ਨੀ ਨੂੰ ਹਾਸਲ ਕਰ ਸਕਾਂ। ਜਦੋਂ ਮੈਂ ਸ਼ਾਮ ਨੂੰ ਘਰ ਆਇਆ ਤਾਂ ਰੌਸ਼ਨੀ ਵਿੱਚ ਇੱਕ ਬਦਲਾਵ ਜਿਹਾ ਵੇਖਿਆ, ਜਿੱਦਾਂ ਉਹ ਮੈਨੂੰ ਕੁਝ ਕਹਿਣਾ ਚਾਹੁੰਦੀ ਹੋਵੇ ਪਰ ਕਹਿ ਨਾ ਪਾਵੇ। ਮੈਂ ਉਸ ਨੂੰ ਨਜ਼ਰਅੰਦਾਜ਼ ਕਰਦਾ ਰਿਹਾ। ਫਿਰ ਇਸੇ ਤਰ੍ਹਾਂ ਅਸੀਂ ਰਾਤ ਦੀ ਰੋਟੀ ਖਾਧੀ। ਰੌਸ਼ਨੀ ਨੇ ਬਹੁਤ ਵਧੀਆ ਰੋਟੀ ਬਣਾਈ ਸੀ। ਰੋਟੀ ਤੋਂ ਬਾਅਦ ਉਹ ਰਸੋਈ ਵਿੱਚ ਭਾਂਡੇ ਸਾਫ਼ ਕਰਨ ਲਈ ਚਲੀ ਗਈ ਤੇ ਮੈਂ ਆਪਣੇ ਕਮਰੇ ਵਿੱਚ ਆ ਗਿਆ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਰੌਸ਼ਨੀ ਨਾਲ ਕਿਸ ਤਰ੍ਹਾਂ ਗੱਲ ਕਰਾਂ। ਫਿਰ ਮੈਂ ਆਪਣਾ ਫ਼ੋਨ ਕੱਢਿਆ ਤੇ ਵੀਡੀਓ ਵੇਖਣ ਲੱਗਾ ਜੋ ਮੈਂ ਉਸ ਰਾਤ ਬਣਾਈ ਸੀ, ਜਦੋਂ ਉਹ ਰਸੋਈ ਵਿੱਚ ਆਪਣੇ ਬॉयਫ੍ਰੈਂਡ ਨਾਲ ਗੱਲਾਂ ਕਰ ਰਹੀ ਸੀ। ਹਾਲੇ ਕੁਝ ਸਮਾਂ ਹੀ ਹੋਇਆ ਸੀ ਕਿ ਦਰਵਾਜ਼ਾ ਖੜਕਿਆ ਤੇ ਮੈਂ ਫ਼ੋਨ ਬੰਦ ਕਰ ਦਿੱਤਾ ਤੇ ਕਿਹਾ, ਆ ਜਾਓ, ਦਰਵਾਜ਼ਾ ਖੁੱਲ੍ਹਾ ਹੈ। ਰੌਸ਼ਨੀ ਅੰਦਰ ਆ ਗਈ ਸੀ ਤੇ ਚੁੱਪ ਕਰਕੇ ਮੇਰੇ ਸਾਹਮਣੇ ਬੈਠ ਗਈ। ਉਹ ਕੁਝ ਨਾ ਬੋਲੀ। ਮੈਂ ਉਸ ਨੂੰ ਪੁੱਛਿਆ, ਰੌਸ਼ਨੀ, ਕੀ ਗੱਲ ਹੈ? ਅੱਜ ਤੂੰ ਬਹੁਤ ਪਰੇਸ਼ਾਨ ਹੈ। ਇੰਨੀ ਗੱਲ ਸੁਣਦੇ ਹੀ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ ਸੀ। ਮੈਂ ਛੇਤੀ ਨਾਲ ਉੱਠ ਕੇ ਉਸ ਦੇ ਨੇੜੇ ਜਾ ਕੇ ਉਸ ਨੂੰ ਆਪਣੇ ਗਲ ਨਾਲ ਲਾ ਲਿਆ ਸੀ ਤੇ ਉਸ ਨੂੰ ਤਸੱਲੀ ਦੇਣ ਲੱਗਾ। ਕੁਝ ਚਿਰ ਹੀ ਹੋਈ ਸੀ ਕਿ ਉਹ ਮੇਰੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖ ਰਹੀ ਸੀ। ਮੈਂ ਉਸ ਨੂੰ ਹਿੰਮਤ ਦਿੱਤੀ ਤੇ ਕਿਹਾ ਕਿ ਤੂੰ ਮੈਨੂੰ ਆਪਣਾ ਦੋਸਤ ਸਮਝ ਕੇ ਆਪਣੀ ਹਰ ਦਿਲ ਦੀ ਗੱਲ ਤੂੰ ਮੈਨੂੰ ਦੱਸ ਸਕਦੀ ਆ।
ਤੇਰੀ ਗੱਲ ਮੇਰੇ ਕੋਲ ਮਹਿਫੂਜ਼ ਰਹੂਗੀ। ਹੋ ਸਕਦਾ ਮੈਂ ਤੇਰੀ ਕੋਈ ਪਰੇਸ਼ਾਨੀ ਦਾ ਹੱਲ ਕੱਢ ਸਕਾਂ। ਇਹ ਕਹਿ ਕੇ ਮੈਂ ਉਸ ਦੇ ਹੋਰ ਨੇੜੇ ਹੋਇਆ। ਉਸ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਲਿਆ ਸੀ, ਜਿਸ ਉੱਤੇ ਉਸਨੇ ਕੋਈ ਇਤਰਾਜ਼ ਨਹੀਂ ਕੀਤਾ। ਪਰ ਇੱਕ ਵਾਰੀ ਫੇਰ ਉਸਨੇ ਆਪਣੀ ਨਜ਼ਰਾਂ ਮੇਰੇ ਵੱਲ ਕੀਤੀਆਂ ਤੇ ਆਪਣੀ ਕਹਾਣੀ ਦੱਸਣੀ ਸ਼ੁਰੂ ਕੀਤੀ। ਉਸਨੇ ਦੱਸਿਆ ਕਿ ਉਹ ਇੱਕ ਮੁੰਡੇ ਨੂੰ ਪਿਆਰ ਕਰਦੀ ਸੀ, ਉਸ ਤੋਂ ਬਿਨਾਂ ਕਿਸੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ, ਪਰ ਹੁਣ ਤਾਂ ਉਹ ਬਿਲਕੁਲ ਵੀ ਨਹੀਂ ਕਰ ਸਕਦੀ। ਮੈਂ ਉਸਨੂੰ ਪੁੱਛਿਆ ਕਿ ਤੁਸੀਂ ਦੋਨਾਂ ਨੇ ਆਪਸ ਵਿੱਚ ਕੁਝ ਕੀਤਾ ਤਾਂ ਨਹੀਂ। ਇਸ ਗੱਲ ਤੇ ਉਹ ਮੇਰੇ ਵੱਲ ਹੈਰਾਨੀ ਨਾਲ ਵੇਖ ਰਹੀ ਸੀ। ਉਸ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ, ਪਰ ਉਹ ਚੁੱਪ ਰਹੀ। ਕੁਝ ਚਿਰ ਬਾਅਦ ਉਸਨੇ ਕਿਹਾ, ਇਦਾਂ ਦਾ ਕੁਝ ਨਹੀਂ ਕੀਤਾ। ਪਰ ਮੈਂ ਕਹਿੰਦੇ ਹੋਏ ਉਸ ਦੀ ਆਵਾਜ਼ ਕੰਬ ਗਈ ਸੀ। ਉਸਨੇ ਕਿਹਾ ਕਿ ਮੈਂ ਅਜਿਹਾ ਕੁਝ ਨਹੀਂ ਕੀਤਾ। ਮੈਂ ਉਸਨੂੰ ਕਿਹਾ, ਰੌਸ਼ਨੀ ਸੱਚ ਦੱਸ ਤਾਂ ਕਿ ਮੈਂ ਤੈਨੂੰ ਸਲਾਹ ਦੇ ਸਕਾਂ। ਤਾਂ ਉਹ ਕਹਿਣ ਲੱਗੀ, ਨਹੀਂ, ਅਜਿਹੀ ਕੋਈ ਗੱਲ ਨਹੀਂ ਜੋ ਤੁਸੀਂ ਸਮਝ ਰਹੇ ਹੋ। ਅਸੀਂ ਮਿਲੇ ਜ਼ਰੂਰ ਸੀ, ਪਰ ਸਾਡੇ ਵਿੱਚ ਕੁਝ ਗਲਤ ਨਹੀਂ ਹੋਇਆ ਸੀ। ਉਸ ਦੀ ਗੱਲ ਸੁਣ ਕੇ ਮੈਂ ਸੋਚਿਆ ਕਿ ਇਸ ਨੂੰ ਦੂਜੇ ਤਰੀਕੇ ਨਾਲ ਪੁੱਛਣਾ ਪੈਣਾ, ਕਿਉਂਕਿ ਇਹ ਤਾਂ ਕਿਸੇ ਵੀ ਗੱਲ ਨੂੰ ਨਹੀਂ ਮੰਨ ਰਹੀ। ਪਰ ਮੈਨੂੰ ਯਕੀਨ ਸੀ ਕਿ ਦੋਨਾਂ ਵਿੱਚ ਕੁਝ ਨਾ ਕੁਝ ਜ਼ਰੂਰ ਹੋਇਆ ਸੀ, ਜਿਸ ਕਰਕੇ ਉਹ ਇੰਨੀ ਬੇਚੈਨ ਹੈ। ਫਿਰ ਮੈਂ ਉਸ ਨੂੰ ਗੱਲਾਂ ਵਿੱਚ ਲਾਇਆ ਤੇ ਆਪਣਾ ਪਿਆਰ ਵਿਖਾ ਕੇ ਸਾਰੀਆਂ ਗੱਲਾਂ ਪੁੱਛਣ ਲੱਗਾ ਤੇ ਆਖਰਕਾਰ ਮੈਂ ਕਾਮਯਾਬ ਹੀ ਹੋ ਗਿਆ ਸੀ, ਕਿਉਂਕਿ ਉਸ ਨੇ ਮੈਨੂੰ ਉਹ ਸਭ ਦੱਸ ਦਿੱਤਾ ਸੀ ਜੋ ਅੱਜ ਤੱਕ ਉਸ ਨੇ ਕਿਸੇ ਨੂੰ ਨਹੀਂ ਦੱਸਿਆ ਸੀ। ਇੱਥੋਂ ਤੱਕ ਕਿ ਭਾਬੀ ਨੂੰ ਵੀ ਨਹੀਂ ਪਤਾ ਸੀ। ਪਰ ਜਦੋਂ ਮੈਨੂੰ ਦੱਸ ਰਹੀ ਸੀ ਤਾਂ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਚਮਕ ਸੀ। ਫਿਰ ਜਦੋਂ ਆਪਣੇ ਬਾਰੇ ਸਭ ਕੁਝ ਦੱਸ ਕੇ ਹਟੀ ਤਾਂ ਚੁੱਪ ਹੋ ਗਈ। ਮੈਂ ਹਿੰਮਤ ਕਰਕੇ ਕਿਹਾ, ਜੇ ਤੂੰ ਗੁੱਸਾ ਨਾ ਕਰੇ ਤਾਂ ਇੱਕ ਗੱਲ ਕਵਾਂ। ਤਾਂ ਉਹ ਕਹਿਣ ਲੱਗੀ, ਹਾਂਜੀ ਦੱਸੋ। ਮੈਂ ਉਸ ਨੂੰ ਕਿਹਾ, ਰੌਸ਼ਨੀ, ਜੇ ਤੂੰ ਚਾਹੇ ਤਾਂ ਮੈਂ ਤੇਰੀ ਕਮੀ ਨੂੰ ਪੂਰਾ ਕਰ ਸਕਦਾ। ਮੇਰੇ ਕਹਿੰਦੇ ਹੀ ਘਬਰਾ ਗਈ ਤੇ ਹੈਰਾਨੀ ਨਾਲ ਮੇਰੇ ਵੱਲ ਵੇਖ ਰਹੀ ਸੀ, ਪਰ ਚੁੱਪ ਬੈਠੀ ਸੀ। ਕਮਰੇ 'ਚੋਂ ਬਾਹਰ ਵੀ ਨਹੀਂ ਗਈ ਸੀ ਤੇ ਮੇਰੀ ਹਿੰਮਤ ਵੱਧ ਗਈ ਸੀ। ਮੈਂ ਉਸ ਨੂੰ ਗੱਲਾਂ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਚੁੱਪ ਕਰਕੇ ਸੁਣ ਰਹੀ ਸੀ। ਇੱਕ ਵਾਰੀ ਮੈਂ ਫਿਰ ਉਸ ਨੂੰ ਉਹੀ ਸਵਾਲ ਕੀਤਾ, ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ। ਮੈਂ ਉਸ ਨੂੰ ਕਿਹਾ, ਤੂੰ ਆਪਣੇ ਕਮਰੇ ਵਿੱਚ ਜਾ ਤੇ ਇਸ ਗੱਲ ਬਾਰੇ ਧਿਆਨ ਨਾਲ ਸੋਚ। ਜੇ ਤੇਰਾ ਦਿਲ ਕੀਤਾ ਤੂੰ ਆਈ, ਨਹੀਂ ਤਾਂ ਸਮਝ ਲਈ ਕਿ ਆਪਾਂ ਕੋਈ ਗੱਲ ਹੀ ਨਹੀਂ ਕੀਤੀ। ਮੇਰੀ ਗੱਲ ਸੁਣ ਕੇ ਉਹ ਚਲੀ ਗਈ ਸੀ, ਪਰ ਮੇਰੇ ਅੰਦਰ ਇੱਕ ਡਰ ਪੈਦਾ ਹੋ ਗਿਆ ਸੀ। ਬਹੁਤ ਸਵਾਲ ਸੀ, ਜੇ ਉਹ ਨਾ ਆਈ ਜਾਂ ਫਿਰ ਉਸਨੇ ਸਾਰੀ ਗੱਲ ਭਾਬੀ ਨੂੰ ਦੱਸ ਦਿੱਤੀ ਤਾਂ ਕੀ ਹੋਊਗਾ। ਹੁਣ ਮੈਂ ਇਹੀ ਸਭ ਸੋਚ ਰਿਹਾ ਸੀ। ਮੁਸ਼ਕਲ ਨਾਲ 1 ਘੰਟਾ ਹੋਇਆ ਸੀ ਕਿ ਅਚਾਨਕ ਦਰਵਾਜ਼ਾ ਖੜਕਿਆ। ਮੇਰੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਮੈਂ ਉੱਠ ਕੇ ਦਰਵਾਜ਼ਾ ਖੋਲ੍ਹਿਆ ਤੇ ਦਰਵਾਜ਼ੇ ਉੱਤੇ ਰੌਸ਼ਨੀ ਖੜੀ ਸੀ। ਮੈਂ ਉਸ ਦਾ ਹੱਥ ਫੜਿਆ ਤੇ ਕਮਰੇ ਦੇ ਅੰਦਰ ਲੈ ਆਇਆ ਤੇ ਉਹ ਡਰੀ ਹੋਈ ਸੀ। ਮੈਂ ਉਸ ਨੂੰ ਬੈੱਡ ਤੇ ਬਿਠਾਇਆ ਤੇ ਪੁੱਛਿਆ ਕਿ ਰੌਸ਼ਨੀ, ਤੂੰ ਇੰਨੀ ਡਰੀ ਕਿਉਂ ਹੋਈ ਹੈ। ਉਸ ਨੇ ਆਪਣਾ ਸਿਰ ਨੀਵਾਂ ਕਰ ਲਿਆ ਤੇ ਕਹਿਣ ਲੱਗੀ, ਮੈਂ ਕਮਰੇ ਵਿੱਚ ਆ ਤਾਂ ਗਈ, ਪਰ ਮੈਨੂੰ ਡਰ ਲੱਗ ਰਿਹਾ, ਜੇ ਭੈਣ ਨੂੰ ਪਤਾ ਲੱਗ ਗਿਆ ਤਾਂ ਕੀ ਹੋਊਗਾ। ਮੈਂ ਉਸ ਨੂੰ ਤਸੱਲੀ ਦਿੰਦੇ ਹੋਏ ਕਿਹਾ ਕਿ ਭਾਬੀ ਨੂੰ ਨਹੀਂ ਪਤਾ ਲੱਗੂਗਾ। ਇਸ ਸਮੇਂ ਆਪਾਂ ਦੋਨੋਂ ਕਮਰੇ ਵਿੱਚ ਤੇ ਘਰ ਵਿੱਚ ਇਕੱਲੇ ਆ ਤੇ ਮੈਂ ਬੜੀ ਹੀ ਧਿਆਨ ਨਾਲ ਸਾਰੇ ਕੰਮ ਕਰਾਂਗਾ। ਇਸ ਲਈ ਤੂੰ ਚਿੰਤਾ ਨਾ ਕਰ, ਇਹ ਗੱਲ ਕਿਸੇ ਨੂੰ ਪਤਾ ਨਹੀਂ ਲੱਗੂਗੀ। ਮੇਰੀ ਗੱਲ ਤੇ ਬੇਫਿਕਰ ਹੋ ਗਈ ਸੀ। ਮੈਂ ਅੱਗੇ ਵਧਿਆ ਤੇ ਉਸ ਦੇ ਨਾਲ ਬੜੇ ਹੀ ਪਿਆਰ ਨਾਲ ਪੇਸ਼ ਆਇਆ। ਉਸ ਨੂੰ ਆਪਣੇ ਬੈੱਡ ਤੇ ਬਿਠਾਇਆ। ਪਹਿਲਾਂ ਤਾਂ ਸਭ ਕੁਝ ਮੈਨੂੰ ਹੀ ਕਰਨਾ ਪੈਣਾ ਸੀ। ਕੁਝ ਦੇਰ ਬਾਅਦ ਉਹ ਮੇਰਾ ਸਾਥ ਦੇਣ ਲੱਗੀ। ਅੱਧੇ ਘੰਟੇ ਤੱਕ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚ ਗਏ ਸੀ। ਇਸੇ ਤਰ੍ਹਾਂ ਪੂਰੇ 3 ਦਿਨਾਂ ਤੱਕ ਮੈਂ ਆਪਣੀ ਇੱਛਾ ਪੂਰੀ ਕਰਦਾ ਰਿਹਾ। ਇਹਨਾਂ 3 ਦਿਨਾਂ ਤੱਕ ਮੈਂ ਆਪਣੇ ਕੰਮ ਤੇ ਵੀ ਨਹੀਂ ਗਿਆ ਸੀ। ਸਾਰਾ ਸਮਾਂ ਰੌਸ਼ਨੀ ਦੇ ਨਾਲ ਹੀ ਰਿਹਾ। ਹੁਣ ਉਸ ਦੀ ਉਦਾਸੀ ਖਤਮ ਹੋ ਗਈ ਸੀ ਤੇ ਬਹੁਤ ਹੀ ਜ਼ਿਆਦਾ ਖੁਸ਼ ਸੀ। ਪਰ ਤੀਜੇ ਦਿਨ ਭਾਬੀ ਵੀ ਘਰ ਆ ਗਈ ਸੀ। ਉਸ ਵਿੱਚ ਇੰਨਾ ਬਦਲਾਅ ਵੇਖ ਕੇ ਉਹ ਹੈਰਾਨ ਹੋ ਗਈ ਸੀ, ਪਰ ਉਹ ਖੁਸ਼ ਸੀ ਕਿ ਉਸ ਦੀ ਭੈਣ ਖੁਸ਼ ਹੈ। ਅਸੀਂ ਤਿੰਨਾਂ ਨੇ ਰਾਤ ਦੀ ਰੋਟੀ ਖਾਧੀ ਤਾਂ ਭਾਬੀ ਕਹਿਣ ਲੱਗੀ, ਤੂੰ ਤਾਂ ਕਮਾਲ ਹੀ ਕਰ ਦਿੱਤਾ। ਸਿਰਫ 3 ਦਿਨਾਂ ਵਿੱਚ ਹੀ ਮੇਰੀ ਭੈਣ ਦੀ ਉਦਾਸੀ ਖਤਮ ਕਰ ਦਿੱਤੀ। ਜੋ ਕੰਮ ਮੈਂ ਮਹੀਨਿਆਂ ਵਿੱਚ ਨਾ ਕਰ ਸਕੀ ਤੇ ਤੂੰ 3 ਦਿਨਾਂ ਵਿੱਚ ਕਰ ਦਿੱਤਾ। ਮੈਨੂੰ ਵੀ ਹਾਸਾ ਆ ਰਿਹਾ ਸੀ। ਭਾਬੀ ਕਹਿਣ ਲੱਗੀ, ਅਜਿਹਾ ਦੱਸ ਕੀ ਕੀਤਾ। ਮੈਂ ਭਾਬੀ ਵੱਲ ਵੇਖਦੇ ਹੋਏ ਕਿਹਾ, ਰਾਜ਼ ਦੀ ਗੱਲ ਹੈ, ਇਸ ਨੂੰ ਰਾਜ਼ ਰਹਿਣ ਦਿਓ, ਤੁਸੀਂ ਨਹੀਂ ਸਮਝ ਸਕਦੇ। ਇਹ ਕਹਿ ਕੇ ਮੈਂ ਤੇ ਰੌਸ਼ਨੀ ਮੁਸਕਰਾਉਣ ਲੱਗੇ।